ਪ੍ਰਾਈਮ ਡਿਬੇਟ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਯੂਰਪ ਵਿੱਚ ਸੰਗਤ ਟੈਲੀਵਿਜ਼ਨ ਅਤੇ ਉੱਤਰੀ ਅਮਰੀਕਾ ਵਿੱਚ ਗਲੋਬਲ ਪੰਜਾਬ ਦੇ ਦਰਸ਼ਕਾਂ ਦਾ ਵੀ ਸਵਾਗਤ ਕਰਦੇ ਹਾਂ। ਰੁਪਈਏ ਦਾ ਅਮਰੀਕੀ ਡਾਲਰ ਦੇ ਮੁਕਾਬਲੇ ਘਟ ਰਿਹਾ ਮੁੱਲ ਲਗਾਤਾਰ ਚਿੰਤਾ ਦਾ ਮਸਲਾ ਬਣਿਆ ਹੋਇਆ ਹੈ। ਕੌਮਾਂਤਰੀ ਮੰਡੀ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਈਆ 60 ਦਾ ਅੰਕੜਾ ਪਾਰ ਕਰਕੇ ਵਾਪਸ ਆਇਆ ਹੈ। ਇਸ ਰੁਝਾਨ ਨੂੰ ਸਮਝਣ ਲਈ ਕਈ ਤਰ੍ਹਾਂ ਦੀਆਂ ਵਿਆਖਿਆਵਾਂ ਪੇਸ਼ ਕੀਤੀਆਂ ਜਾ ਰਹੀਆਂ ਨੇ। ਇਸ ਦੇ ਕਾਰਨ ਭਾਰਤ ਸਰਕਾਰ ਦੀਆਂ ਨੀਤੀਆਂ ਤੋਂ ਲੈ ਕੇ ਅਮਰੀਕਾ ਦੀਆਂ ਵਿੱਤੀ ਨੀਤੀਆਂ ਅਤੇ ਕੌਮਾਂਤਰੀ ਮੰਡੀ ਨਾਲ ਜੋੜ ਕੇ ਲੱਭੇ ਜਾ ਰਹੇ ਨੇ। ਹੁਣ ਰਿਜ਼ਰਵ ਬੈਂਕ ਆਫ ਇੰਡੀਆ ਅਤੇ ਸਿਕਿਉਰਿਟੀ ਐਂਡ ਐਕਸਚੇਂਜ ਬੋਰਡ ਆਫ ਇੰਡੀਆ ਮਤਲਬ ਕਿ ਸੇਬੀ ਨੇ ਕੁਝ ਪਹਿਲਕਦਮੀਆਂ ਕੀਤੀਆਂ ਨੇ। ਇਹਨਾਂ ਪਹਿਲਕਦਮੀਆਂ ਦਾ ਰੁਪਏ ਦੀ ਸਿਹਤ ਉੱਤੇ ਕੀ ਅਸਰ ਪਏਗਾ? ਰੁਪਏ ਦੀ ਅਮਰੀਕੀ ਡਾਲਰ ਦੇ ਮੁਕਾਬਲੇ ਘਟ ਰਹੀ ਕੀਮਤ 60 ਰੁਪਏ ਤੋਂ ਵੀ ਘਟ ਗਈ ਹੈ। ਅਪ੍ਰੈਲ ਤੋਂ ਬਾਅਦ 12% ਦੀ ਕੀਮਤ ਡਿੱਗਣ ਦੇ ਨਾਲ ਇਹ ਮਸਲਾ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਭਾਰਤ ਦੀਆਂ ਦਰਾਮਦਾਂ ਕੌਮਾਂਤਰੀ ਮੰਡੀ ਵਿੱਚ ਮਹਿੰਗੀਆਂ ਹੋ ਰਹੀਆਂ ਨੇ ਅਤੇ ਬਰਾਮਦ ਦੀ ਕੀਮਤ ਘਟ ਰਹੀ ਹੈ। ਵਿਦੇਸ਼ੀ ਨਿਵੇਸ਼ ਉੱਤੇ ਮਾੜਾ ਅਸਰ ਪਿਆ ਹੈ ਕਿਉਂਕਿ ਇਸ ਵੇਲੇ ਕੋਈ ਵੀ ਡਾਲਰ ਖਰਚ ਕੇ ਰੁਪਏ ਵਿੱਚ ਕੰਮ ਨਹੀਂ ਕਰਨਾ ਚਾਹੇਗਾ। ਇਸ ਰੁਝਾਨ ਦੇ ਕਾਰਨਾਂ ਅਤੇ ਸਿੱਟਿਆਂ ਦੀ ਕੋਈ ਪੁਖਤਾ ਸਮਝ ਹਾਲੇ ਤੱਕ ਸਾਹਮਣੇ ਨਹੀਂ ਆਈ। ਹੁਣ ਰਿਜ਼ਰਵ ਬੈਂਕ ਆਫ ਇੰਡੀਆ ਤੇ ਸਿਕਿਉਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ ਨੇ ਰੁਪਏ ਦੀ ਹਾਲਤ ਨੂੰ ਸੁਧਾਰਨ ਲਈ ਦਖਲ-ਅੰਦਾਜ਼ੀ ਸ਼ੁਰੂ ਕੀਤੀ ਹੈ। ਇਹਨਾਂ ਪਹਿਲਕਦਮੀਆਂ ਰਾਹੀਂ ਅਮਰੀਕੀ ਡਾਲਰ ਦੀ ਰੁਪਏ ਵਿੱਚ ਖਰੀਦ ਵੇਚ ਨੂੰ ਕਿਸੇ ਵਿਧੀ ਵਿਧਾਨ ਵਿੱਚ ਲਿਆਉਣ ਦਾ ਤਰੱਦਦ ਕੀਤਾ ਜਾ ਰਿਹਾ ਹੈ। ਭਾਰਤੀ ਤੇਲ ਕੰਪਨੀਆਂ ਨੂੰ ਕੌਮਾਂਤਰੀ ਮੰਡੀ ਵਿੱਚੋਂ ਕੱਚਾ ਤੇਲ ਖਰੀਦਣ ਲਈ ਹਰ ਮਹੀਨੇ 8 ਅਰਬ ਅਮਰੀਕੀ ਡਾਲਰ ਦੀ ਲੋੜ ਪੈਂਦੀ ਹੈ। ਰਿਜ਼ਰਵ ਬੈਂਕ ਆਫ ਇੰਡੀਆ ਨੇ ਇਹਨਾਂ ਕੰਪਨੀਆਂ ਨੂੰ ਕਿਸੇ ਇੱਕ ਸਰਕਾਰੀ ਬੈਂਕ ਤੋਂ ਅਮਰੀਕੀ ਡਾਲਰ ਖਰੀਦਣ ਦੀ ਰਾਏ ਦਿੱਤੀ ਹੈ ਤਾਂ ਜੋ ਇਹਨਾਂ ਉੱਤੇ ਦਬਾਅ ਘਟ ਸਕੇ। ਰਿਜ਼ਰਵ ਬੈਂਕ ਆਫ ਇੰਡੀਆ ਨੇ ਬੈਂਕਾਂ ਨੂੰ ਕਿਹਾ ਹੈ ਕਿ ਉਹ ਆਪਣੇ ਆਪ ਰੁਪਏ ਦੀ ਡਾਲਰ ਦੇ ਮੁਕਾਬਲੇ ਕੀਮਤ ਦੇ ਵਿੱਚ ਫੇਰ-ਬਦਲ ਨਾ ਕਰਨ ਤਾਂ ਜੋ ਕੌਮਾਂਤਰੀ ਮੰਡੀ ਦੀ ਬੇਇਤਬਾਰੀ ਕੁਝ ਘਟ ਸਕੇ। ਇਸੇ ਤਰ੍ਹਾਂ ਸਿਕਿਉਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ ਨੇ ਅਟਕਲਬਾਜ਼ੀਆਂ ਨੂੰ ਰੋਕ ਕੇ ਰੁਪਏ ਦੀ ਕੀਮਤ ਨੂੰ ਸਥਿਰ ਕਰਨ ਲਈ ਪਹਿਲਕਦਮੀ ਕੀਤੀ ਹੈ। ਇਹ ਵੇਖਣਾ ਦਿਲਚਸਪ ਹੋਏਗਾ ਕਿ ਇਹਨਾਂ ਪਹਿਲਕਦਮੀਆਂ ਦਾ ਰੁਪਏ ਦੀ ਸਿਹਤ ਉੱਤੇ ਕੀ ਅਸਰ ਪਏਗਾ। ਲੰਘੇ ਸੋਮਵਾਰ ਨੂੰ ਅਮਰੀਕੀ ਡਾਲਰ ਦੀ ਕੀਮਤ 61 ਰੁਪਏ 21 ਪੈਸੇ ਤੱਕ ਡਿੱਗ ਗਈ ਸੀ। ਤਕਰੀਬਨ 3 ਸਾਲ ਪਹਿਲਾਂ ਕੌਮਾਂਤਰੀ ਮੰਡੀ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਬਹੁਤ ਆਪਹੁਦਰਾਪਣ ਆਇਆ ਸੀ। ਇੱਕ ਵਾਰ ਕੱਚੇ ਤੇਲ ਦਾ ਬੈਰਲ 150 ਅਮਰੀਕੀ ਡਾਲਰ ਤੋਂ ਉੱਤੇ ਚਲਿਆ ਗਿਆ ਅਤੇ ਬਾਅਦ ਵਿੱਚ 40 ਤੋਂ ਹੇਠਾਂ ਆ ਗਿਆ। ਇਸ ਦੌਰਾਨ ਲਗਾਏ ਜਾਂਦੇ ਅੰਦਾਜ਼ੇ ਮਹਿਜ ਅਟਕਲਬਾਜ਼ੀਆਂ ਸਾਬਤ ਹੋਏ ਸਨ। ਹੁਣ ਇਹੋ ਹਾਲਤ ਰੁਪਏ ਦੀਆਂ ਕੀਮਤਾਂ ਬਾਰੇ ਹੈ। ਇਹਨਾਂ ਦੋਵਾਂ ਦਾ ਆਪਸ ਵਿੱਚ ਭਾਵੇਂ ਕੋਈ ਸੰਬੰਧ ਨਹੀਂ ਹੈ ਪਰ ਇਹਨਾਂ ਬਾਰੇ ਲਗਾਏ ਜਾਂਦੇ ਅੰਦਾਜ਼ੇ ਇੱਕੋ ਜਿਹੇ ਨੇ। 15 ਦਿਨ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਡਾਲਰ ਦੀ ਕੀਮਤ ਤਕਰੀਬਨ 53 ਤੋਂ 57 ਰੁਪਏ ਦੇ ਵਿਚਕਾਰ ਆ ਕੇ ਸਥਿਰ ਹੋ ਜਾਏਗੀ। ਇਹ ਵੀ ਕਿਹਾ ਜਾ ਰਿਹਾ ਸੀ ਕਿ ਅਮਰੀਕੀ ਡਾਲਰ 3 ਮਹੀਨੇ ਵਿੱਚ 60 ਰੁਪਏ ਤੋਂ ਪਾਰ ਅਤੇ 1.5 ਸਾਲ ਵਿੱਚ 62 ਰੁਪਏ ਤੋਂ ਮਹਿੰਗਾ ਹੋ ਜਾਏਗਾ। ਹੁਣ ਇਹਨਾਂ ਦੋਵਾਂ ਅੰਦਾਜ਼ਿਆਂ ਉੱਤੇ ਯਕੀਨ ਕਰਨਾ ਔਖਾ ਹੈ। ਇਹਨਾਂ ਹਾਲਾਤ ਵਿੱਚ ਰਿਜ਼ਰਵ ਬੈਂਕ ਆਫ ਇੰਡੀਆ ਅਤੇ ਸਿਕਿਉਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ ਦੀਆਂ ਪਹਿਲਕਦਮੀਆਂ ਕੀ ਮਾਇਨੇ ਰੱਖਦੀਆਂ ਨੇ? ਸਾਡੇ ਨਾਲ ਸਟੂਡੀਓ ਵਿੱਚ ਚਰਚਾ ਕਰਨ ਲਈ ਹਾਜ਼ਰ ਨੇ ਹਰਕਿਸ਼ਨ ਸਿੰਘ ਮਹਿਤਾ ਜੋ ਸਮਾਜ ਸ਼ਾਸਤਰੀ ਨੇ, ਹਰੀਸ਼ ਮਾਨਵ ਜੋ ਪੱਤਰਕਾਰ ਨੇ ਜੋ ਬਿਜ਼ਨਸ ਭਾਸਕਰ ਵਿੱਚ ਕੰਮ ਕਰਦੇ ਨੇ। ਇਹਨਾਂ ਤੋਂ ਬਿਨਾਂ ਸਾਡੇ ਨਾਲ ਜੁੜਨਗੇ ਵਿਜੇ ਸੀ ਰਾਓ ਜੋ ਬਿਜ਼ਨਸ ਸਟੈਂਡਰਡ ਵਿੱਚ ਪੱਤਰਕਾਰ ਨੇ। ਤੁਹਾਡਾ ਸਾਰਿਆਂ ਦਾ ਅੱਜ ਦੀ ਚਰਚਾ 'ਚ ਸਵਾਗਤ ਹੈ। ਮਹਿਤਾ ਜੀ, ਜਦੋਂ ਆਪਾਂ ਪਿਛਲੀ ਵਾਰ ਚਰਚਾ ਕੀਤੀ ਸੀ ਉਦੋਂ ਇੱਕ ਜਿਹੜਾ ਅੰਦਾਜ਼ਾ ਸੀ ਇਹ ਸੀ ਕਿ ਵੀ ਕੁਝ ਦਿਨਾਂ ਦੇ ਵਿੱਚ ਇਹ ਸਟੇਬਲਾਈਜ਼ ਕਰ ਜਾਏਗਾ, ਪਰ ਉਹ ਸਟੇਬਲਾਈਜ਼ ਨਹੀਂ ਹੋਇਆ, ਲਗਾਤਾਰ ਗਿਰ ਰਿਹਾ, ਚਾਹੇ ਕੁਝ ਪੈਸੇ ਕਰਕੇ ਗਿਰ ਰਿਹਾ। ਹੁਣ ਕੀ ਕਹਿਣਾ ਚਾਹੋਗੇ ਤੁਸੀਂ? ਕੁਝ ਦਿਨ ਲਈ ਤਾਂ ਡਾਲਰ ਨਾਲ ਸਾਰੀਆਂ ਜਿੰਨੀਆਂ ਵੀ ਕਰੰਸੀਜ਼ ਆ ਵਰਲਡ ਦੀਆਂ ਜੀ ਉਹਨਾਂ ਨਾਲੋਂ ਤਗੜਾ ਰਿਹਾ ਵੇ ਜੀ, ਪਰ ਹੁਣ ਨਹੀਂ ਹੈ। ਇਸ ਗੱਲ ਦੇ ਉੱਪਰ ਮੈਂ ਹੈਰਾਨ ਹਾਂ ਕਿਸੇ ਨੇ ਚਰਚਾ ਨਹੀਂ ਕੀਤੀ ਕਿ ਜਿਹੜੀ ਅਮਰੀਕਨ ਰਿਕਵਰੀ ਦੀ ਗੱਲ ਹੋ ਰਹੀ ਹੈ ਇਹ ਕਿਸ ਤਰ੍ਹਾਂ ਹੋ ਗਈ। ਬਾਕੀ ਸਾਰੇ ਸੰਸਾਰ ਦੇ ਵਿੱਚ ਰਿਕਵਰੀ, ਯੂਰਪ ਵਿੱਚ ਤਾਂ ਬਹੁਤ ਸੀਰੀਅਸ ਸਮੱਸਿਆ ਹੈ ਜੀ, ਜਾਪਾਨ ਵਿੱਚ ਵੀ ਸਮੱਸਿਆ ਹੈ, ਐਡਵਾਂਸ ਕੰਟਰੀਜ਼ ਹਨ ਜਿਹੜੇ, ਅਤੇ ਜਿਹੜੀਆਂ ਐਮਰਜਿੰਗ ਮਾਰਕੀਟਸ ਹੈ ਇਹਨਾਂ ਸਾਰਿਆਂ ਵਿੱਚ ਵੀ ਸਬਸਟੈਂਸ਼ੀਅਲ ਸਮੱਸਿਆ, ਸਟੈਗਨੇਸ਼ਨ ਜਾਂ ਘਟ ਗਿਆ ਗਰੋਥ ਰੇਟ। ਹਿੰਦੁਸਤਾਨ ਦਾ ਵੀ ਕਿਤੇ 8% ਤੋਂ 5% 'ਤੇ ਆ ਗਿਆ, 9 ਪੁਆਇੰਟ ਕੁਝ ਵੀ ਰਿਹਾ ਕਿਸੇ ਸਾਲ ਜੀ। ਉਸ ਦੇ ਪਿੱਛੇ ਇੱਕ ਬੜੀ ਵੱਡੀ ਗੱਲ ਹੈ। ਮੈਂ ਸਮਝਦਾ ਕਿ ਇਹ ਬਹੁਤ ਹੀ ਘੱਟ ਕਿਸੇ ਨੇ, ਮੈਂ ਤਾਂ ਕਿਧਰੇ ਪੜ੍ਹੀ ਨਹੀਂ, ਕਿਸੇ ਕੋਲ ਸੁਣੀ ਨਹੀਂ ਜੀ, ਪਰ ਮੇਰੇ ਮਾਈਂਡ ਵਿੱਚ ਇਹ ਹੈ। ਉਹ ਹੈ ਕਿ ਜਿਹੜੀ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੀ ਇਕੋਨਮੀ ਦੁਬਾਰਾ ਦਰੁਸਤ ਹੋਈ ਹੈ, ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਹੈਗਾ ਉੱਥੇ ਦੀਆਂ ਟ੍ਰੇਡ ਯੂਨੀਅਨਸ ਦਾ ਸਾਰੀ ਦੁਨੀਆ ਨਾਲੋਂ ਵੱਖ ਰਵੱਈਆ। ਉਹ ਟ੍ਰੇਡ ਯੂਨੀਅਨਸ ਵੈਸੇ ਤਾਂ ਨਾਨ ਐਗਜ਼ਿਸਟੈਂਟ ਹੀ ਹੈ ਪ੍ਰੈਕਟੀਕਲੀ ਅਮਰੀਕਾ 'ਚ ਪਿਛਲੇ 50-60 ਸਾਲ ਤੋਂ, ਲੇਕਿਨ ਉਹ ਬੜੀ ਜਲਦੀ ਸੌਦੇਬਾਜ਼ੀ ਕਰਕੇ ਆਪਣੀਆਂ ਤਨਖਾਹਾਂ ਘਟਾਉਣ ਲਈ ਮੰਨ ਜਾਂਦੇ ਆ ਜੀ। ਜਿਸ ਤੱਕ ਉਹ ਤਨਖਾਹਾਂ ਘਟਾਉਣ ਲਈ ਮੰਨ ਜਾਣਗੇ ਤਾਂ ਉੱਥੇ ਦੀ ਨੈਚੁਰਲੀ ਪ੍ਰੋਫਿਟ ਜਿਹੜਾ ਵੇ, ਜਿਹੜੇ ਇਨਵੈਸਟਰ ਦਾ ਪ੍ਰੋਫਿਟ ਹੈ ਉਹ ਕਾਇਮ ਰਹਿ ਜਾਏਗਾ ਅਤੇ ਉਸ ਪਾਸੇ ਵੱਲ ਫਿਰ ਪੈਸਾ ਤੁਰੇਗਾ। ਜੀ,
ਉਹ ਤੁਹਾਨੂੰ ਯਾਦ ਹੋਣਾ ਹੈ ਕਿ 1997 ਵਿੱਚ ਜਿਹੜੇ ਏਸ਼ੀਅਨ ਟਾਈਗਰ ਸੀਗੇ ਉਹਨਾਂ ਸਾਰਿਆਂ ਦਾ ਇਹ ਜ਼ਬਰਦਸਤ ਕ੍ਰਾਈਸਿਸ ਇਸ ਤਰ੍ਹਾਂ ਦਾ ਆਇਆ ਸੀਗਾ ਜੀ। ਇੱਕ ਦੇਸ਼ ਮਤਲਬ ਤੁਹਾਨੂੰ ਇਹ ਲੱਗਦਾ ਕਿ ਵੀ ਜਿਹੜੀਆਂ ਅਮਰੀਕਾ ਦੇ ਵਿੱਚ ਘਟ ਰਹੀਆਂ ਉਜਰਤਾਂ ਨੇ, ਜੇ ਉਹ ਘਟ ਰਹੀਆਂ ਨੇ ਤੇ ਉਹਦਾ ਕਾਰਨ ਜਿਹੜਾ ਅਮਰੀਕੀ ਡਾਲਰ ਦੀ ਮਜ਼ਬੂਤੀ ਵਿੱਚ ਨਜ਼ਰ ਆ ਰਿਹਾ। ਹਾਂ ਬਿਲਕੁਲ। ਤੇ ਇਹਦਾ ਮਤਲਬ ਜੋ ਅਸੀਂ ਹਿੰਦੁਸਤਾਨ ਦੇ ਵਿੱਚੋਂ ਰੁਪਏ ਨੂੰ ਮਜ਼ਬੂਤ ਕਰਨ ਲਈ ਕਰਾਂਗੇ ਉਹ ਬੇਮਾਇਨਾ ਹੈ, ਕਿਉਂਕਿ ਜੇ ਬੇਮਾਇਨਾ ਜੇ ਹਿੰਦੁਸਤਾਨ ਦਾ ਜਿਹੜਾ ਰੁਪਈਆ ਹੈ ਉਹਦੀ ਕਮਜ਼ੋਰੀ ਦਾ ਕਾਰਨ ਅਮਰੀਕਾ ਦੇ ਵਿੱਚ ਜਾਂ ਹਿੰਦੁਸਤਾਨ ਤੋਂ ਬਾਹਰ ਹੈ ਤੇ ਫਿਰ ਅਸੀਂ ਉਹਦਾ ਇਲਾਜ ਇੱਥੇ ਕਿਵੇਂ ਲੱਭ ਸਕਦੇ? ਨਹੀਂ, ਇਲਾਜ ਇੱਥੇ ਹੀ ਹੋਏਗਾ ਹਰ ਹਾਲਤ ਵਿੱਚ, ਇਲਾਜ ਇੱਥੇ ਹੀ ਹੋਏਗਾ। ਬਾਹਰ ਉਸ ਪਾਲਿਸੀ ਨੂੰ ਤੁਸੀਂ ਨਹੀਂ ਇਨਫਲੂਐਂਸ ਕਰ ਸਕਦੇ, ਉਹ ਪਾਲਿਸੀ ਉਹਨਾਂ ਨੇ ਆਪਣੀ ਮਰਜ਼ੀ ਨਾਲ ਕਰਨੀ ਹੈ, ਲੇਕਿਨ ਉਸ ਦੀ ਇੱਕ ਆਪਣੀ ਸੀਮਾ ਹੈ ਜੀ। ਉਸਨੇ ਕੁਝ ਦੇਰ ਬਾਅਦ ਜਾ ਕੇ ਰੁਕ ਜਾਣਾ ਜੀ। ਔਰ ਸਾਡੇ ਜਿਸ ਵੇਲੇ ਸਿਚੁਏਸ਼ਨ ਜਿਹੜੀ ਅਸੀਂ ਜੋ ਕੁਝ ਹੁਣ ਤੱਕ ਕੀਤਾ ਵੇ ਮਾਮੂਲੀ ਜਿਹਾ ਜੋ 2-3 ਦਿਨ ਤੋਂ ਐਕਸ਼ਨ ਕੀਤਾ, ਇਹਨਾਂ 2 ਐਕਸ਼ਨ ਜਿਹੜੇ ਤੁਸੀਂ ਡਿਸਕ੍ਰਾਈਬ ਕੀਤੇ ਨੇ, ਇਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਥੋੜਾ ਇੱਕ ਤਰੀਕਾ ਪੁਰਾਣਾ ਕਾਫੀ ਦੇਰ ਤੋਂ ਚੱਲ ਰਿਹਾ ਹੋਵੇ ਕਿ ਜਿਸ ਰਿਜ਼ਰਵ ਬੈਂਕ ਆਫ ਇੰਡੀਆ ਆਪਣੇ ਪੈਸਾ ਥੋੜਾ ਜਿਹਾ ਮਾਰਕੀਟ ਵਿੱਚ ਸੁੱਟ ਦਿੰਦਾ ਡਾਲਰਸ ਦੇ। ਇਹ ਸੋਮਵਾਰ ਵਾਲੇ ਦਿਨ ਹੋਇਆ ਜਦੋਂ ਉਹਨਾਂ ਨੇ ਕਿਹਾ ਥੋੜੀ ਦੇਰ ਲਈ ਸੀ, ਉਹ 61 ਤੋਂ ਵੀ ਜਿਸ ਵੇਲੇ ਟੱਪ ਗਿਆ ਸੀ ਤੇ ਥੋੜਾ ਜਿਹਾ ਘਟਾ ਕੇ 60.86 ਪਰਸੋਂ ਦੀ ਗੱਲ ਹੈ ਜੀ। ਸੋ ਇਹ ਜਿਹੜੀ ਹੈ ਇਹ ਸਿਰ ਵਿੱਚ ਔਖਲੀ ਤੁਸੀਂ ਆਪ ਦਿੱਤੀ ਹੈ ਜੀ। ਯਾਨੀ ਜਦੋਂ ਏਸ਼ੀਅਨ ਟਾਈਗਰਸ ਵਿੱਚ ਹੋਇਆ ਸੀ, ਇੱਕ ਦੇਸ਼ ਸੀ ਜਿਹੜਾ ਝੁਕਿਆ ਨਹੀਂ ਸੀ। ਕੈਪੀਟਲ ਦਾ ਨਾ ਐਕਸਪੋਰਟ ਜਿਸ ਵੇਲੇ ਹੋਣਾ ਸ਼ੁਰੂ ਹੋ ਜਾਂਦਾ ਜੀ। ਹਿੰਦੁਸਤਾਨ ਦੇ ਵਿੱਚ ਇੱਕ ਤਾਂ ਨਾ ਇੱਕ ਕੈਪੀਟਲ ਸਕੇਅਰਸ ਕੰਟਰੀ ਹੈ ਜੀ, ਲੌਜੀਕਲੀ ਇੱਥੇ ਕੈਪੀਟਲ ਆਉਣਾ ਚਾਹੀਦਾ ਜੀ, ਔਰ ਆ ਰਿਹਾ ਵੇ ਜੀ, ਉਹ ਹੁਣ ਘਟਣਾ ਸ਼ੁਰੂ ਹੋ ਗਿਆ। ਲੇਕਿਨ ਇੱਥੇ ਤੋਂ ਕੈਪੀਟਲ ਐਕਸਪੋਰਟ ਤਾਂ ਇੰਨਾ ਬੇਸੁਰਾ ਹੋ ਰਿਹਾ ਜੀ। ਯਾਨੀ ਕੈਨ ਯੂ ਇਮੈਜਿਨ ਕਿ ਟਾਟਾਸ ਦੇ 58% ਪ੍ਰੋਫਿਟ ਜਿਹੜੇ ਉਹ ਬਾਹਰੋਂ ਆ ਰਹੇ ਜੀ। 58% ਯਾਨੀ ਕਿੰਨਾ ਪੈਸਾ ਉੱਥੇ ਉਹਨਾਂ ਨੇ ਇਨਵੈਸਟ ਕੀਤਾ ਹੋਣਾ ਜਿਹਦੇ ਨਾਲ ਇੰਨਾ ਪੈਸਾ ਆ ਰਿਹਾ ਜੀ। ਆਦਿਤਿਆ ਬਿਰਲਾ ਗਰੁੱਪ ਦੇ 31 ਕੰਟਰੀਜ਼ ਵਿੱਚ ਆਪਰੇਸ਼ਨਸ। ਮਤਲਬ ਕੁੱਲ ਮਿਲਾ ਕੇ ਇਹ ਹੈ ਕਿ ਵੀ ਹਿੰਦੁਸਤਾਨ ਵਿੱਚ ਜਿਹੜਾ ਵਿਦੇਸ਼ੀ ਪੂੰਜੀ ਦਾ ਨਿਵੇਸ਼ ਘੱਟ ਹੋਇਆ, ਹਿੰਦੁਸਤਾਨੀ ਪੂੰਜੀ ਦਾ ਨਿਵੇਸ਼ ਬਾਹਰਲੇ ਮੁਲਕਾਂ 'ਚ ਬਾਹਰ ਜਾਣਾ ਜਿਹੜਾ ਉਹ ਖਤਰਨਾਕ ਹੈ ਜੀ। ਬਾਹਰੋਂ ਭਾਵੇਂ ਬਹੁਤ ਪੈਸਾ, ਪਰ ਇਹ ਜਿਹੜਾ ਰੁਝਾਨ ਹੈ ਇਹ ਕੋਈ ਇੱਕੋ ਦਿਨ ਦੇ ਵਿੱਚ ਤਾਂ ਹੋਇਆ ਨਹੀਂ, ਨਾ ਟਾਟਾ ਨੇ ਨਾ ਕਿਸੇ ਹੋਰ ਨੇ ਰਾਤੋਂ ਰਾਤ ਤੇ ਬਾਹਰ ਪੈਸੇ ਨਹੀਂ ਲਾਤੇ ਨਾ। ਜਿਹੜਾ ਇਹ ਰੁਪਈਏ ਦਾ ਰੇਟ ਘਟਣਾ ਸ਼ੁਰੂ ਹੋਇਆ ਇਹ ਅਪ੍ਰੈਲ ਤੋਂ ਬਾਅਦ ਹੋਇਆ ਤੇ 12% ਦੇ ਤਕਰੀਬਨ ਰੇਟ ਘਟ ਗਿਆ ਸਾਡਾ। ਇਹ ਤਕਰੀਬਨ ਇਹ ਤੇ ਅਮਰੀਕਨ ਇਕਨੋਮੀ ਦਾ ਇੰਪੈਕਟ ਹੀ ਹੋਇਆ ਜਿਸ ਵੇਲੇ ਡਾਲਰ ਤਗੜਾ ਹੋਇਆ ਵੇ ਜੀ जी, जिस डॉलर तगड़ा। हरीश जी तुसी की कहने लगे सी? मुझे लगता है कि सरकार और आरबीआई ने अगर समय पे कदम उठाया होता तो हालात ऐसे नहीं होते, क्योंकि जो बैंक हैं उन्होंने हेजिंग की है डॉलर की, बैंकों ने अपना फंड लगाया है, डॉलर में इन्वेस्टमेंट की है। डॉलर की मतलब मैं ये कहूँगा जमाखोरी जो है बैंकों ने की है, डॉलर का जो इनफ्लो है वो मार्केट में कम हुआ है हेजिंग की वजह से, इस करके डॉलर के प्राइसेस इंक्रीज हुए हैं। जिस आप हेज फंड की जो बात कर रहे हैं कि जो बैंक्स हैं उन्होंने डॉलर खरीदा है और जमा करके रखा है, बिल्कुल। ये कब की बात कर रहे हैं कि कब उन्होंने किया है? ये जो बैंकों की हेजिंग है ये पिछले 2-3 महीने से जैसे ही डॉलर के प्राइसेस इंक्रीज होने शुरू हुए थे, जैसे ही डॉलर ने 52 रुपीज़ क्रॉस करना शुरू किया था, 52-53 रुपीज़, तब से बैंकों ने हेजिंग बढ़ा दी है डॉलर में। अभी आरबीआई ने जो कल स्टेप लिए हैं उसमें बैंकों को आरबीआई ने इंस्ट्रक्शन दी है कि आप अपना फंड जो है वो डॉलर की हेजिंग में नहीं करेंगे, आपके जो इन्वेस्टर हैं आप उनका फंड जो है डॉलर की हेजिंग में लगा सकते हैं, बट जो आप अपना बैंकों का फंड है वो डॉलर की हेजिंग में नहीं लगाएंगे। तो आरबीआई का जो ये स्टेप है उसका इम्पेक्ट जो है हमें देखने को मिला है कि जो 2 दिन में ऑलमोस्ट जो है 5% जो है डॉलर की रेट कम हुए हैं जी। और जो सेबी इस वक्त जो कह रहा है कि स्पेकुलेशन कम करके कुछ ना कुछ फ़र्क हो सकता है, उसका क्या फ़र्क? मुझे लगता है कि सेबी की बजाय जो आरबीआई का स्टेप है वो ज़्यादा इफेक्टिव है जी। हमारे साथ जुड़े हुए हैं विजय सी राव जो बिजनेस स्टैंडर्ड में काम करते हैं। विजय जी, आप क्या कहना चाहेंगे कि इस वक्त जो हालत है इसको हम सही ढंग से समझ पा रहे हैं और सही जो इलाज है इसका किया जा रहा है? अभी देखिए कि गवर्नमेंट भी है ना प्रोएक्टिव स्टेप्स जितना लेना चाहिए ले नहीं रहे हैं जी। रीजन बीइंग कि सिर्फ गवर्नमेंट चाहते हैं कि सिर्फ ये ना इनफ्लो आए, मतलब इन्वेस्टमेंट आ गया है जी। और अभी जैसे रिसेंटली कई चीजों में आपने देखा है एसबीआई को उन्होंने किया है मल्टी ब्रांड रिटेल का या सिंगल ब्रांड रिटेल में जी। तो ऑब्वियस इसमें है ना इन्वेस्टर्स को एक लिक्विडिटी ऑप्शन दिया है जी। तभी जो प्रोएक्टिव स्टेप्स गवर्नमेंट ने अभी आरबीआई ने अभी 1-2 मतलब अभी लिया है रिसेंटली, बहुत पहले लेना चाहिए पर वो भी उतना नहीं ले रहे हैं ताकि वो कह रहे हैं कि इन्वेस्टमेंट आए इंडिया में जी। तो इस कारण से उतना ज्यादा प्रोएक्टिव से जितना लेना चाहिए वो नहीं ले रहे हैं जी।
और ऊपर से क्या कहते हैं बैलेंस ऑफ ट्रेड भी आपको पता ही है कि से भाई जब डॉलर ज्यादा हो रहा है तो बैलेंस ऑफ ट्रेड भी मतलब सारा इम्बैलेंस हो रहा है जी। तो ये है सिनेरियो। तो गवर्नमेंट को और प्रोएक्टिव लेना चाहिए, पर गवर्नमेंट भी ले सकता है क्योंकि इतने सारे उन्होंने ना अभी रिफॉर्म्स कर रहे हैं तो चाहते कि इन्वेस्टमेंट आए। इसमें तो तरीका है कि सभी गवर्नमेंट भी ज्यादा कुछ मतलब कॉन्क्रीट स्टेप्स नहीं ले रही है। विजय जी, इसमें थोड़ा सा जो गैप नज़र आ रहा है वो यहाँ पर आ रहा है कि एक तरफ तो हम ये एक्सपेक्टेशन कर रहे हैं कि यहाँ पर विदेशी पूंजी का निवेश होगा, और दूसरी तरफ जो ही डॉलर मजबूत हो रहा है हिंदुस्तानी रुपए के मुकाबले में, तब से जो कैपिटल इनफ्लो है वो कम हुआ है। जैसे पिछले हफ्ते की बात है कि 2000 करोड़ डॉलर की बात की जा रही थी जो इंडियन मार्केट से विड्रॉ किया गया है, तो इसको कैसे समझा जाए? नहीं, उससे पहले आपने देखा कि इससे इनफ्लो कितना आया कैपिटल शेयर मार्केट में, तो प्रॉफिट किए उन्होंने जी। पहले आपने देखो कि भाई अगर शेयर मार्केट का देखो आप पिछले 15 दिन की मूवमेंट देखो तो सबसे पहले उनके पास कैपिटल इनफ्लो का कितना आया, उन्होंने प्रॉफिट बुकिंग की है तब वो गया है जी। और जो रिटेल इन्वेस्टर्स है उसका तो प्रोपोर्शन बहुत ही कम है जी। जो मेन है इंस्टीट्यूशनल इन्वेस्टर्स FIIs है। तो अगर आपने स्टडी करना तो पिछले एक महीने का देखो कि कितना इनफ्लो आया जब डॉलर धीरे धीरे मजबूत हो रहा था। इन्होंने पिछले वीक में अपनी प्रॉफिट बुकिंग की है तो वो ले गया फंड जी। विजय जी, क्योंकि ये एक मुश्किल सब्जेक्ट है जिस पे हम बात कर रहे हैं, जो अभी आपने कहा इसको जरा आप एलेबोरेट कर सकते हैं कि आप क्या कह रहे हैं? आप एक वीक का है ना, अगर आप स्टॉक देखिए या शेयर मार्केट का देखिए, NSE का देखिएगा जी, तो FIIs की अच्छी खासी मनी आई है स्टॉक मार्केट में जी। और अभी जो पीछे देखिएगा कि उन्होंने प्रॉफिट बुक किया है जी। तो प्रॉफिट बुक क्या होता है कि डॉलर ज्यादा है तो अगर सपोज एक किसी स्टॉक का किसी भी कंपनी का स्टॉक का 60 रुपीज है जी, तो पहले देखो कि कितना देना पड़ता था। अब जी। उसी से 60 रुपीज से सपोज कोई का किसी कंपनी का स्टॉक 45 रुपीज का है जी, वो डिवैल्यूड हो जाता है ना फिर बाद में अगर $1 आ रहा है तो जी। तो इस कारण से उन्होंने इन्वेस्टमेंट किया। शेयर मार्केट एक ही दिन में 500 ऊपर भी गया था, आपने अगर देखा होगा तो, और अभी है ना उन्होंने प्रॉफिट बुक किया है जी। तो ये है हालात अभी जी। हरीश जी, मैं ये कहूँगा कि बैंकों ने जो NRI डिपॉजिट है उस पर भी रेट ऑफ इंटरेस्ट इंक्रीज किया डॉलर को अट्रैक्ट करने के लिए जी। बट बैंकों का पर्पज जो है वो उसका फ्लो बढ़ाने का नहीं रहा है, बैंकों का पर्पज हेजिंग का ही रहा है। बैंकों ने सोचा कि डॉलर की हेजिंग करेंगे तो डॉलर के प्राइसेस बढ़ रहे हैं, डॉलर से मुनाफा कमाएंगे, तो बैंकों की पूरी मंशा यही रही है। एक बैंक जो है, बैंक भी एक बहुत बड़ा कारण रहे हैं इसमें कि जो डॉलर के प्राइसेस इतने इंक्रीज हुए हैं। अगर आप समझे कि डॉलर के प्राइसेस इंक्रीज हुए हैं तो हमारे एक्सपोर्टर को उसका फायदा मिला हो, ऐसा बिल्कुल नहीं है। डॉलर की रेट बढ़ने का एक्सपोर्टर और इंपोर्टर दोनों को नुकसान हुआ है। हरीश जी, दोनों साइड ਨੂੰ मतलब ਚਾਹੇ ਅਸੀਂ ਇੰਪੋਰਟ ਕਰ ਰਹੇ ਹਾਂ ਚਾਹੇ ਐਕਸਪੋਰਟ ਕਰ ਰਹੇ ਹਾਂ, ਤੁਸੀਂ ਕਿਹਾ ਨੁਕਸਾਨ ਹੋਇਆ ਡਾਲਰ ਜਿਹੜਾ ਮਹਿੰਗਾ ਹੋਇਆ, ਉਹ ਕਿਵੇਂ ਹੋਇਆ? देखिए, जो एक्सपोर्टर हैं उन्होंने जब सौदे किए थे 2 महीने पहले तो डॉलर का रेट 55 रुपीज़ था जी। आज डॉलर का रेट 61 क्रॉस कर चुका है 2 दिन पहले जी। तो जो हमारे फॉरेन में इंपोर्टर हैं उन्होंने हमारे एक्सपोर्टर पे प्रेशर बनाया डिस्काउंट का जी। उन्होंने कहा आपकी कंसाइनमेंट हम नहीं लेंगे, आपके मतलब मोल भाव शुरू हो गया। जैसे डॉलर के प्राइसेस इंक्रीज हुए, जैसे ही 55 से डॉलर क्रॉस करना शुरू किया तब जो हमारे एक्सपोर्टर हैं उन पे प्रेशर बढ़ता गया डिस्काउंट का जी। आज की डेट में बहुत सारे कंट्रीज़ में हमारे एक्सपोर्टर के जो ऑर्डर हैं वो रुके हुए हैं जी। इसी निगोशिएशन पे कि आपको फ़ायदा हो रहा है, अगर आपको 10% का फ़ायदा हो रहा है तो आप हमें उतना ही डिस्काउंट दो। तो नेट शेल जो एक्सपोर्टर हैं उनको कोई फ़ायदा नहीं हुआ और इम्पोर्टर के लिए तो उन पे बर्डन बढ़ ही गया। जो इम्पोर्ट कर रहा है तो जब उसने सौदा किया था तो डॉलर का रेट अगर उसमें 55 था, आज 61 हो गया है जी। तो इंपोर्टर को तो ज़्यादा बियर करना पड़ा। वो तो समझ आउंदी गल, पर दूजा ही सिर्फ मसला है कि ਜਿਹੜਾ ਐਕਸਪੋਰਟਰ ਹੈ ਉਹਦਾ ਬਿਲਕੁਲ ਫਾਇਦਾ ਨਹੀਂ ਹੋਇਆ। ਬਿਲਕੁਲ ਮਹਿਤਾ ਜੀ, ਜਿਹੜਾ ਇਹ ਮਸਲਾ ਹੈ ਕਿ ਵੀ ਯੂਰੋ ਦੇ ਮੁਕਾਬਲੇ ਦੇ ਵਿੱਚ ਵੀ ਜਿਹੜਾ ਰੁਪਇਆ ਉਹ ਤਕਰੀਬਨ ਸਟੈਬਲਾਈਜ਼ਡ ਹੈ ਤੇ ਪਾਉਂਡ ਦੇ ਮੁਕਾਬਲੇ ਵੀ ਸਟੈਬਲਾਈਜ਼ਡ ਹੈ, ਸਿਰਫ ਆਸਟ੍ਰੇਲੀਅਨ ਜਿਹੜਾ ਡਾਲਰ ਹੈ ਉਹਦੇ ਮੁਕਾਬਲੇ ਕੁਝ ਗਿਰ ਰਿਹਾ ਤੇ ਅਮਰੀਕਨ ਡਾਲਰ ਦੇ ਮੁਕਾਬਲੇ ਤੇ ਲਗਾਤਾਰ ਗਿਰ ਰਿਹਾ। ਇਹ ਕਿਉਂ ਫਰਕ ਹੈ? उसका सब तो बड़ा कारण है वे कि पैसा सिर्फ हैजिंग लिए नहीं यूज़ होता, पैसे ने किधरे जाना ज़रूर है जी। बहुत देर ज़्यादा देर वेला नहीं रह सकता जी, क्योंकि उस तुसी कमाना में पैसा उहदे नाल जी। जिहड़ी अमेरिकन रिकवरी हुई है उस दे नाल अमेरिका दे तुसी स्टॉक एक्सचेंज दे रेट्स देखो वध गए जी। और रिकवरी जिहड़ी हुई है कि जिहड़ी नवीं जॉब्स क्रिएट हुई हैं और जिहड़ी मामूली रिकवरी हुई है, हाली ज़्यादा नहीं, ये पैसा उत्थे गया वे जी। such thing had happened in 1997 also in the case of Asian Tigers जी।
ਇੱਕ ਦੇਸ਼ ਸੀ ਮਲੇਸ਼ੀਆ ਜਿਸ ਨੇ ਪੈਸਾ ਵਾਪਸ ਨਹੀਂ ਜਾਣ ਦਿੱਤਾ। ਜੀ ਕੋਰੀਆ ਸਭ ਤੋਂ ਜ਼ਿਆਦਾ ਇਫੈਕਟ ਇਸ ਕਰਕੇ ਹੋਇਆ ਸੀ ਕਿ ਕੋਰੀਆ ਦੇ ਵਿੱਚ ਫੋਰਨ ਐਕਸਚੇਂਜ ਮਤਲਬ ਬਾਹਰਲਾ ਇਨਵੈਸਟਮੈਂਟ ਬਹੁਤ ਜ਼ਿਆਦਾ ਹੈਵੀ ਸੀ ਜੀ ਔਰ ਉਹ ਉਹਨਾਂ ਨੂੰ ਪੈਸੇ ਦੀ ਉੱਥੇ ਸਖਤ ਲੋੜ ਸੀ। ਜੀ ਸਖਤ ਲੋੜ ਇਸ ਕਰਕੇ ਸੀ ਕਿ ਜਿਹੜੀ ਆਈਟੀ ਇੰਡਸਟਰੀ ਹੈ ਇਸ ਦੀ ਇੱਕ ਸਟੇਜ ਐਸੀ ਆਈ ਹੈ ਕਿ ਜਿਸ ਵਕਤ ਯੂਰਪ ਸਾਰੇ ਵਿੱਚ ਜਿਹੜੀਆਂ ਪੁਰਾਣੀਆਂ ਮਸ਼ੀਨਾਂ ਜਿਨ੍ਹਾਂ ਵਿੱਚ ਚਿਪਸ ਯੂਜ਼ ਹੁੰਦੇ ਸੀ ਉਹਨਾਂ ਸਾਰੀਆਂ ਦੇ ਵਿੱਚ ਜਿਸ ਤਰ੍ਹਾਂ ਸੀ ਨਾ 1917 ਤੇ ਉੱਥੇ ਸਿਰਫ 17 ਲਿਖਿਆ ਹੁੰਦਾ ਸੀ ਜੀ ਤੇ ਸਦੀ ਬਦਲ ਰਹੀ ਸੀ ਤੇ 3 ਸਾਲ ਰਹਿ ਗਏ ਸਨ। ਉਸ ਜ਼ਮਾਨੇ Y2K ਇੱਕ ਫਿਨੋਮੀਨਨ ਸੀ ਬੜਾ ਭਾਰੀ, ਜੀ ਬੜੀ ਵੱਡੀ ਐਮਪਲੋਇਮੈਂਟ ਜਨਰੇਟ ਹੋਈ ਹੈ ਉਸ ਪੀਰੀਅਡ ਵਿੱਚ ਅਮਰੀਕਾ ਵਿੱਚ ਔਰ ਉਹ ਹੀ ਉਹਨਾਂ ਦੀ ਸਾਡੀ ਆਈਟੀ ਇੰਡਸਟਰੀ ਨੂੰ ਵੀ ਸਭ ਤੋਂ ਜ਼ਿਆਦਾ ਤਾਕਤ ਉੱਥੋਂ ਮਿਲੀ ਸੀ। ਮਤਲਬ ਕੁੱਲ ਮਿਲਾ ਕੇ ਤੁਹਾਨੂੰ ਲੱਗਦਾ ਕਿ ਉਹੀ ਰੁਝਾਨ ਕਿਸੇ ਰੂਪ ਦੇ ਵਿੱਚ ਨਵੇਂ ਸਿਰੇ ਤੋਂ ਨਹੀਂ, ਅਮਰੀਕਾ ਵਿੱਚ ਤਾਂ ਪੈਸਾ ਜਿੰਨੀ ਦੇਰ ਤੱਕ ਪੈਸੇ ਦੀ ਲੋੜ ਹੋਏਗੀ, ਜਿਸ ਇਨਵੈਸਟਰ ਨੇ ਪੈਸਾ ਜਿਸ ਥਾਂ ਤੱਕ ਪਹੁੰਚਾਉਣਾ ਹੈ, ਜਿੱਥੇ ਦੀ ਸਟਾਕ ਮਾਰਕੀਟ ਦੇ ਰੇਟ ਜ਼ਿਆਦਾ ਹੋਣਗੇ ਉਹ ਉਸ ਦੇ ਵਿੱਚ ਖਰੀਦ ਸਕੇਗਾ, ਇੱਥੋਂ ਪੈਸਾ ਚੁੱਕੇਗਾ ਉੱਥੇ ਚਲਾ ਜਾਏਗਾ। ਟੈਕਨੋਲੋਜੀ ਨੇ ਇਤਨੀ ਸਪੀਡ ਵਧਾ ਦਿੱਤੀ ਹੈ ਕਿ ਜੋ ਵੀ ਤੁਸੀਂ ਕਰਨਾ ਚਾਹੋ ਇਨਵੈਸਟਰ हैज बिकम द किंग। ਤੁਹਾਡੀ ਗੱਲ ਸਪਸ਼ਟ होगी। विजय जी, जो इस वक्त रुपया है वो सिर्फ अमेरिकी डॉलर और कुछ हद तक जो ऑस्ट्रेलियन डॉलर है उसके मुकाबले में गिर रहा है, लेकिन यूरो और पाउंड के मुकाबले में तकरीबन स्टेबलाइज्ड है। तो कुल मिला के सिर्फ अगर अमेरिकन डॉलर के मुकाबले में ही गिर रहा है तो उसका जो इलाज है उसको स्टेबलाइज करने का वो हिंदुस्तान से ही कैसे हो सकता है? देखिए ये है कि इसे आप कह रहे हो कि इससे गिर रहा है, तो देखो जो ट्रेड होता है हमारा मैक्सिमम जो कंट्रीज में एक्सपोजर है, चाहे जिनके यहाँ करेंसी पाउंड होता है या यूरो है जी, ठीक है, सभी कुछ बिलिंग होती है डॉलर्स में होता है जी। तो गवर्नमेंट को प्रोएक्टिव स्टेप्स लेना पड़ेगा। जिस तरह से लेते हैं सेंट्रल गवर्नमेंट से गवर्नमेंट पे डिपेंड करता है जी। तो मतलब ये नहीं है कि सिर्फ भैया दूसरे से नहीं करते, क्योंकि दूसरे में ओटीटी पाउंड में बिलिंग होती नहीं है, जो मैक्सिमम ये ट्रेडिंग होती है डॉलर्स में होता है जी। तो आप आरबीआई अपना एक्सपोज बैंक को क्या कहते हैं कि हाँ हेडिंग फंड से हटाओ, क्या करते हैं, तो गवर्नमेंट को ये आरबीआई को क्या इंस्ट्रक्शन मिलती है, क्या पास ऑन करता है, उन पे डिपेंड करता है। अभी तो हम कुछ नहीं कह सकते इस टाइम पे। तो जी, कुल मिला के अभी जो एक ही इनिशिएटिव सामने आया है वो ये है कि हेजिंग फंड से हटाओ और जो ऑयल कंपनीज़ हैं वो किसी एक बैंक से, जो भी स्टेट का बैंक है वहाँ से डॉलर खरीदें ताकि स्पेकुलेशन का मामला कुछ कम हो। इसके बिना और क्या इनिशिएटिव हो सकते हैं? वो एक तरीका है पर फुल्ली इससे नहीं हो सकता जी। वो एक तरीका है हेजिंग फंड से निकाले। हेजिंग फंड में अगर देखा जाए तो बड़ी कंपनीज है, जो छोटी कंपनीज है या छोटी कंपनीज है वो हेज कर ही नहीं पाती जी, क्योंकि हेजिंग के लिए आपको प्रॉपर चाहिए, वो एक तरीका है जी। उसके अलावा ये है कि इसे अब उसके अलावा मैं सजेस्ट नहीं कर सकता इस टाइम पे। जी विजय जी, आप हमारे साथ जुड़े, आपका बहुत बहुत धन्यवाद। हरीश जी, आप? सरकार ने स्टेप लिए हैं इसके लिए। सरकार ने कोशिश की है कि हमारा एक्सपोर्ट बढ़े, खास करके टेक्सटाइल और स्टील सेक्टर में जी, क्योंकि स्टील और टेक्सटाइल जो है दो मेजर इंडस्ट्री है हमारी, दोनों मैन्युफैक्चरिंग सेक्टर के मेजर कंट्रीब्यूटर हैं। सरकार ने कोशिश की है कि 30 लाख टन स्टील का प्रोडक्शन जो है क्रिएट होना चाहिए एक्स्ट्रा, और उसका एक्सपोर्ट बढ़े और टेक्सटाइल का भी एक्सपोर्ट बढ़े जी। तो इसका मतलब लॉन्ग रन पॉलिसी में वो हो सकता है, बिल्कुल बिल्कुल, लेकिन इमीडिएट रिलीफ उससे नहीं इमीडिएट रिलीफ जो है आरबीआई ने जो स्टेप लिया, बैंकों को बैन किया उन्होंने कि आप अपने फंड से हेजिंग नहीं करेंगे। जी। एक जो इसका असर दूसरा पड़ेगा, क्योंकि जो ही अमेरिकन डॉलर बढ़ रहा है तो अमेरिका से बहुत सारे जो वहाँ पर भारतीय लोग हैं वो हिंदुस्तान में पैसा भेजते बिल्कुल हैं। बिल्कुल। उनके लिए एक तरह से अगर वो अब यहाँ पर पैसे भेजते हैं तो उनके लिए यहाँ पर वो डॉलर महंगा हो गया तो यहाँ पर उनको ज़्यादा मिलेगा, स्लाइटली रिलीफ हुआ है, पर वो कंट्रीब्यूशन जो है मुझे लगता है बहुत कम है, क्योंकि जो लोग यहाँ पे पैसा भेजते हैं वहाँ पे नौकरी पेशा लोग हैं, जो है हमारे एनआरआई हैं या कुछ ट्रेड में लोग हैं। वो अगर डॉलर महंगा हो गया है वहाँ पे तो उसका इतना असर नहीं है जितना हमारे एक्सपोर्ट के थ्रू हमारे को फॉरेन करेंसी आती है। जी। एक मैं आपसे ये समझना चाहता हूँ कि इंटरनेशनल क्रेडिट रेटिंग एजेंसी है मूडी, जी जी, उन्होंने कहा है कि अगर रुपए का जो रेट है जी, वो अगर फाल उसका कंटिन्यू रहता है, जी जी, उसका जो कारण है वो वीकनेस इन फंडामेंटल्स ऑफ इंडियन इकोनॉमी है कहीं पर, तो वो क्या है? ठीक है, इंडिया की इकोनॉमी रिवाइव कर रही है। हालांकि हमारी जो ग्रोथ रेट है वो इस साल भी एक्सपेक्टेड तो यही है कि 5% के आसपास रहेगी, बिलो 6% रहेगी। एक कारण वो भी है कि हमारी इकोनॉमी थोड़ा सा स्लाइटली वीक है, वो ड्यू टू ग्लोबल क्राइसिस
जो है उसका भी इम्पैक्ट यहाँ पे आया, क्योंकि हमारा एक्सपोर्ट और इम्पोर्ट जो है पूरा इंटरनेशनली लिंक्ड है। लेकिन जो हमारा जो रेट है वो एकदम तो कम नहीं हुआ ना। जी जी वो तो लगातार पिछले 2 साल का प्रोसेस है, 2-3 साल से चल रहा है। लेकिन जो डॉलर का जो रेट है वो अप्रैल ऑनवर्ड बहुत ज़्यादा रफ्तार से वो बढ़ा है। बिल्कुल इसको वो अमेरिका के जो रिवाइवल स्टेप हैं उनका कहीं ना कहीं ये इम्पैक्ट आया है। और दूसरा सबसे बड़ी बात तो ये कि डॉलर, यूएस डॉलर जो है वो इंटरनेशनल करेंसी है जी। हर जगह पे जो ट्रेड होता है, अगर आप यूएई में ट्रेड करना चाहते हैं तो वहाँ पे भी आपको डॉलर में ही ट्रेड होगा वो जी। तो डॉलर की जो डिमांड है उस इंटरनेशनल मार्केट में डिमांड बढ़ने की वजह से, और यहाँ पे हेजिंग जो बैंकों ने की है इसकी, उसकी वजह से कहीं ना कहीं इसका ਇੰਪੈਕਟ ਆਇਆ। ਮਹਿਤਾ ਜੀ, ਇਸ ਰੁਝਾਨ ਨੂੰ ਠੱਲ ਪਾਉਣ ਲਈ ਕਿ ਰੁਪਇਆ ਸਟੈਬਲਾਈਜ਼ ਹੋਵੇ, ਡਾਲਰ ਦੇ ਮੁਕਾਬਲੇ ਮਜ਼ਬੂਤ ਹੋਵੇ, ਸਰਕਾਰ ਨੂੰ ਇੱਕ ਤਾਂ ਜਿਹੜਾ ਆਰਬੀਆਈ ਨੇ ਇਹ ਇਨੀਸ਼ੀਏਟਿਵ ਲਿਆ, ਇਹ ਤੋਂ ਬਿਨਾਂ ਹੋਰ ਸਾਡੀ ਸਰਕਾਰ ਦੇ ਹੱਥ ਜਾਂ ਸਾਡੇ ਵਿੱਤੀ ਅਦਾਰਿਆਂ ਦੇ ਹੱਥ ਦੇ ਵਿੱਚ ਕੀ ਹੈ ਜਿਹੜਾ ਹਿੰਦੁਸਤਾਨ 'ਚੋਂ ਇਨੀਸ਼ੀਏਟਿਵ ਲਏ ਜਾ ਸਕਦੇ ਆ? वैसे बहुत मुश्किल है। जिस तरह के महातीर मोहम्मद ने 1997 ਵਿੱਚ ਮਲੇਸ਼ੀਆ 'ਚ ਕੀਤਾ, ਉਸ ਕਿਸਮ ਦਾ ਕੋਈ ਐਕਸ਼ਨ ਸਟਰੋਂਗ ਲਿਆ ਜਾਏ, ਇੱਕ ਤਾਂ ਇਹ ਫਾਇਦੇਮੰਦ ਹੋ ਸਕਦਾ। ਉਹ ਕੀ ਸੀਗਾ, ਉਹ ਦੱਸ ਦਿਓ। ਉਹ ਇਹ ਸੀ ਕਿ ਫਲਾਈਟ ਆਫ ਕੈਪੀਟਲ ਫਰਮ ਹਿਜ਼ ਓਨ ਕੰਟਰੀ ਬੈਕ ਟੂ ਦਿਸ ਇਨਵੈਸਟਰਸ ਉਸਨੇ ਬਲੌਕ ਕਰ ਦਿੱਤਾ ਸੀ ਜੀ। ਔਰ ਉਸ ਦੀ ਇਕਨੋਮੀ ਬੜੀ ਜਲਦੀ ਰਿਕਵਰ ਕੀਤੀ। ਕੋਰੀਆ ਦੀ ਇਕਨੋਮੀ ਬਹੁਤ ਲੇਟ ਰਿਕਵਰ ਕੀਤੀ, ਮਤਲਬ ਇਟ ਟੁਕ ਨੀਅਰਲੀ 2 ਇਅਰਸ ਦਾ ਗੈਪ ਹੈ। ਇੱਕ ਵਾਰ ਮੈਨੂੰ ਉਹ ਸਮਝਾ ਦਿਓ ਕਿ ਕੀ ਹੈ ਕਿ ਵੀ ਮਤਲਬ ਜਿਹੜਾ ਸਾਡੇ ਮੁਲਕ ਦੇ ਵਿੱਚੋਂ ਬਾਹਰ ਜਿਹੜਾ ਨਿਵੇਸ਼ ਹੋ ਰਿਹਾ ਉਹ ਬੰਦ ਕੀਤਾ ਜਾਵੇ, ਇਹ ਕਹਿ ਰਹੇ ਹੋ ਤੁਸੀਂ? ਬਹੁਤ ਘਟਾਇਆ ਜ਼ਰੂਰ ਜਾਵੇ, ਜੇ ਬੰਦ ਤਾਂ ਨਹੀਂ ਕੀਤਾ ਜਾ ਸਕਦਾ, ਬਹੁਤ ਘਟਾਇਆ ਜਾਵੇ। ਔਰ ਖਾਸ ਕਰਕੇ ਜਿਹੜਾ ਅਮਰੀਕਾ ਵਿੱਚ ਵਾਪਸ ਪੈਸਾ ਜਾ ਰਿਹਾ ਵੇ ਜੀ, ਇਹ ਜੇ ਰੋਕਿਆ ਜਾ ਸਕਣ ਦੀ ਕੋਈ ਸੰਭਾਵਨਾ ਹੋਵੇ, ਕੋਈ ਐਸੀ ਟ੍ਰੀਟੀਜ਼ ਐਸੀ ਰਸਤੇ 'ਚ ਰੁਕਾਵਟ ਨਾ ਹੋਣ ਜਿਹਦੇ, ਜਾਂ ਤੁਹਾਡੀ ਪਾਲਿਸੀ ਨਾਲ ਕਿਧਰੇ ਬਿਲਕੁਲ ਹੀ ਸਾਰੀ ਦੁਨੀਆ ਤੁਹਾਨੂੰ ਬਾਈਕਾਊਟ ਕਰ ਦੇ, ਐਸੀ ਸਿਚੁਏਸ਼ਨ ਨਾ ਹੋਵੇ ਜੀ। ਇੱਕ ਗੱਲ ਤੁਸੀਂ ਵਿੱਚ NRIs ਦੀ ਕੀਤੀ ਸੀ, ਉਹ ਬੜੀ ਇੰਪੋਰਟੈਂਟ ਹੈ। NRIs ਦੀ ਜਿਹੜੀ ਪਰਟੀਕੂਲਰਲੀ ਜਿਹੜੇ ਗਲਫ ਕੰਟਰੀਜ਼ ਦੇ NRIs, ਉਹਨਾਂ ਦੀ ਵੀ ਰੇਟ ਬਹੁਤ ਵਧ ਰਿਹਾ ਵੇ। ਕੁਵੈਤੀ ਦਿਨਾਰ 180-85 ਰੁਪਏ ਸੀ ਸਿਰਫ, ਯਾਨੀ ਅੱਜ ਤੋਂ ਕੋਈ 2.5 ਮਹੀਨੇ ਪਹਿਲਾਂ ਜੀ। ਹੁਣ 213-14 ਤੱਕ ਗਿਆ ਵੇ ਇਸ ਵਕਤ। 200 ਅੱਜ ਦੀ ਅਖਬਾਰ ਦਾ ਜਿਹੜਾ ਕੱਲ ਵਾਲਾ ਰੇਟ ਹੈ 208 ਤੋਂ ਲੈ ਕੇ 209-10 ਦੇ ਕਰੀਬ ਹੈ। ਯਾਨੀ ਕਿ ਜਿਹੜੀ ਫੋਰਨ ਕਰੰਸੀ ਦੇ ਜਿਹੜੇ ਇਹਨਾਂ ਦੀ ਜਿਹੜੀਆਂ ਰਿਮਿਟੈਂਸਿਸ ਆਉਂਦੀਆਂ, ਉਸ ਦਾ ਇੱਕ ਬੈਨੀਫਿਟ ਤਾਂ ਹੁੰਦਾ ਕਿ ਸਾਨੂੰ ਜ਼ਿਆਦਾ ਪੈਸੇ ਮਿਲ ਗਏ ਜੀ, ਜਾਂ ਜਿਹੜਾ ਕੋਈ ਟੂਰਿਸਟ ਉੱਥੋਂ ਆਇਆ ਉਹ ਜ਼ਿਆਦਾ ਪੈਸੇ ਖਰਚ ਕਰ ਸਕਦਾ, ਇਹ ਵੀ ਸਾਨੂੰ ਬੈਨੀਫਿਟ। ਇੱਕ ਬੜਾ ਵੱਡਾ ਲਾਸ ਹੁੰਦਾ, ਵੱਡਾ ਲਾਸ ਹੁੰਦਾ ਕਿ ਜਿਸ ਵੇਲੇ ਉਹਨਾਂ ਦਾ ਮਨੋਬਲ ਡਿੱਗ ਜਾਂਦਾ, ਜਦੋਂ ਉਹਨਾਂ ਦੀ ਸਾਈਕੋਲੋਜੀਕਲੀ ਫੀਲ ਕਰਦੇ ਆ ਕਿ ਹਾਲਾਤ ਖਰਾਬ ਹਨ, ਤੇ ਉਹ ਜਿਹੜੇ ਆਪਣੇ ਡਿਪੋਜ਼ਿਟਸ ਕੱਢ ਲੈਂਦੇ ਆ ਜੀ। ਅਸੀਂ ਭਾਵੇਂ ਜਿੰਨੀ ਮਰਜ਼ੀ ਦੇਸ਼ ਭਗਤੀ ਦੀਆਂ ਅਪੀਲਾਂ ਕਰਦੇ ਜਾਈਏ ਜਾਂ ਜਿੰਨੇ ਮਰਜ਼ੀ ਪ੍ਰਵਾਸੀ ਭਾਰਤੀ ਦਿਵਸ ਮਨਾਈ ਜਾਈਏ, ਲੇਕਿਨ ਦੀ ਫੈਕਟ ਹੈ ਜਿਹੜੇ ਬੰਦੇ ਨੇ ਉੱਥੋਂ ਲਿਆ ਕੇ ਇੱਥੇ ਡਾਲਰ ਜਮ੍ਹਾਂ ਕੀਤਾ। ਰੁਕ ਲੈਣ ਦਿਓ, 1991 ਦਾ ਜਿਹੜਾ ਕ੍ਰਾਈਸਿਸ ਸੀ ਜਿਹਦੇ ਕਰਕੇ ਸਾਰਾ ਇਹ ਪਾਲਿਸੀ ਬਦਲੀ, ਉਸ ਵਿੱਚ NRIs ਦਾ ਬੜਾ ਕ੍ਰਿਮੀਨਲ ਰੋਲ ਸੀ। NRIs ਨੇ ਤਾਂ ਬਹੁਤ ਜ਼ਿਆਦਾ ਪੈਸੇ ਕਟਾ ਲਏ ਸਨ, ਉਸ ਦੇ ਕਰਕੇ ਹੀ ਅਸੀਂ ਇੰਨੇ ਬੜਾ ਛੋਟਾ ਜਿਹਾ ਅਮਾਊਂਟ ਰਹਿ ਗਿਆ। ਹੁਣ ਵੀ ਸਾਡਾ ਰਿਜ਼ਰਵ $300 ਬਿਲੀਅਨ ਤੋਂ ਵੀ ਘੱਟ ਹਨ, ਉਹ ਉਸ ਵਕਤ कुछ $1 मिलियन रह गए सर। हरीश जी, अगर ऐसा होता है तो फिर क्राइसिस बढ़ सकता है? बिल्कुल जी, बढ़ेगा ही अगर विड्रॉल होता है। पर अभी जो रुझान है वो यही है कि NRI के डिपॉजिट बढ़े हैं, इसीलिए बैंकों ने उनके लिए रेट ऑफ इंटरेस्ट स्लाइटली इंक्रीज़ किए हैं जी। ਤੁਸੀਂ ਦੋਨੇ ਅੱਜ ਦੀ ਇਸ ਚਰਚਾ ਵਿੱਚ ਸ਼ਾਮਲ ਹੋਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਕੁੱਲ ਮਿਲਾ ਕੇ ਲੱਗਦਾ ਇਹ ਹੈ ਕਿ ਵੀ ਬਹੁਤ ਸਾਰੇ ਫੈਕਟਰ ਨੇ ਜਿਹੜੇ ਕੰਮ ਕਰ ਰਹੇ ਨੇ, ਉਹਨਾਂ 'ਚੋਂ ਕਿਹੜਾ ਜ਼ਿਆਦਾ ਇਨਫਲੂਐਂਸ ਕਰੇਗਾ, ਕਿਹੜਾ ਘੱਟ ਕਰੇਗਾ, ਇਹ ਤਾਂ ਆਉਣ ਵਾਲੇ ਦਿਨਾਂ 'ਚ ਹੀ ਪਤਾ ਲੱਗੇਗਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਰੁਪਏ ਦੀ ਅਮਰੀਕੀ ਡਾਲਰ ਦੇ ਮੁਕਾਬਲੇ ਕੀਮਤ ਤੈਅ ਕਰਨ ਵਿੱਚ ਕਈ ਤੱਤ ਸਰਗਰਮ ਨੇ। ਇਹਨਾਂ ਤੱਤਾਂ ਦੇ ਕਈ ਸਮੀਕਰਨ ਬਣਦੇ ਨੇ ਜੋ ਸਰਕਾਰੀ ਨੀਤੀਆਂ, ਖੁੱਲ੍ਹੀ ਮੰਡੀ ਦੇ ਕਿਰਦਾਰ, ਕੌਮਾਂਤਰੀ ਮਾਹੌਲ ਅਤੇ ਅਮਰੀਕੀ ਵਿੱਤੀ ਨੀਤੀਆਂ ਨਾਲ ਜੁੜੇ ਹੋਏ ਨੇ। ਇਹਨਾਂ ਹਾਲਾਤ ਵਿੱਚ ਰਿਜ਼ਰਵ ਬੈਂਕ ਆਫ ਇੰਡੀਆ ਅਤੇ ਸਿਕਿਉਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ ਦੀਆਂ ਪਹਿਲਕਦਮੀਆਂ ਨੂੰ ਸ਼ਰਤੀਆ ਇਲਾਜ ਤਾਂ ਨਹੀਂ ਕਿਹਾ ਜਾ ਸਕਦਾ। ਜਦੋਂ ਮਰਜ਼ ਦੀ ਪਕੜ ਨਹੀਂ ਹੈ ਤਾਂ ਇਲਾਜ ਬਾਬਤ ਯਕੀਨ ਕਰਨਾ ਔਖਾ ਹੈ। ਮਾਹਰ ਅਰਥ ਸ਼ਾਸਤਰੀਆਂ ਦੇ ਰਾਜ ਵਿੱਚ ਅਜਿਹੀ ਹਾਲਤ ਕਈ ਸਵਾਲ ਖੜੇ ਕਰਦੀ ਹੈ। ਨਮਸਕਾਰ, ਸਤਿ ਸ੍ਰੀ ਅਕਾਲ, ਖੁਦਾ ਹਾਫਿਜ਼। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ YouTube ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।